पंजाब 'ਚ ਜੇ ਕੋਈ ਮੂਵਮੈਂਟ ਉੱਠੀ ਹੈ, ਜੇ ਕੋਈ ਸੰਘਰਸ਼ ਉੱਠਿਆ ਜਿੱਥੇ ਸਾਰੇ ਪੰਜਾਬ ਨੇ ਇੱਕ ਸੁਰ ਹੋ ਕੇ ਇੱਕ ਆਵਾਜ਼ ਉਠਾਈ ਹੋਵੇ, ਉਹ ਸੰਘਰਸ਼ ਕਦੇ ਅਜਾਈ ਨਹੀਂ ਗਿਆ। ਛੋਟੀ ਤੋਂ ਲੈ ਕੇ ਵੱਡੀ ਉਪਲਬਧ ਕੀਤੀ ਗਈ ਹੈ ਚੀਜ਼ ਕਿਸਾਨਾਂ ਦੇ ਲਈ। ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ। ਇੱਕ ਜਿਹੜੀ ਪਿਕਚਰ ਨਿਕਲ ਕੇ ਆ ਰਹੀ ਹੈ ਇਸ ਅੰਦੋਲਨ ਦੀ, ਮੈਂ ਕਹੂੰਗਾ ਇੱਕ ਬੜੀ ਚੰਗੀ ਜਿਹੜਾ ਮੈਸੇਜ ਆ ਰਿਹਾ ਪੂਰੇ ਆਵਾਮ ਨੂੰ। ਲਾਈਫ ਸਟਾਈਲ ਇੱਕ ਦੇਸੀ ਘਰ ਦੀ, ਗਰੀਬ ਘਰ ਦੀ ਇੱਕ ਸੁਆਣੀ ਦਾ ਵੀ ਲਾਈਫ ਸਟਾਈਲ ਹੁੰਦਾ ਕਿ ਉਹ ਭਾਂਡੇ ਮਾਂਜ ਕੇ ਉਹਦਾ ਪਾਣੀ ਡੋਂਗਿਆਂ 'ਚੋਂ ਕੱਢ ਕੇ ਤੇ ਫਿਰ ਉਹ ਕਿਵੇਂ ਟਿਕਾਉਂਦੀ ਹੈ, ਕਿਵੇਂ ਚਿਣਦੀ ਹੈ, ਉਹ ਕੱਪੜਿਆਂ ਨੂੰ ਤੈਅ ਕਿਵੇਂ ਲਾ ਕੇ ਰੱਖਦੀ ਹੈ, ਉਹ ਸਫਾਈ ਕਿਵੇਂ ਰੱਖਦੀ ਹੈ। ਉਹ ਜਿਹੜੀ ਕੀ ਪਾਉਂਦੇ ਹੁੰਦੇ ਸੀ, ਸਾਡੇ ਮਾਤਾ ਜੀ ਵੀ ਪਾਉਂਦੇ ਹੁੰਦੇ ਸੀ, ਉਹ ਗੋਲੀਆਂ ਜਿਹੀਆਂ ਪਾਉਂਦੇ ਹੁੰਦੇ ਨੇ ਨਾ, ਜਿਹਨੂੰ ਫਰਨੈਲ ਦੀਆਂ, ਵੈਸੇ ਫਿਨਾਇਲ ਦੀਆਂ ਗੋਲੀਆਂ, ਅਸੀਂ ਫਰਨੈਲ ਦੀਆਂ ਕਹਿੰਦੇ ਰਹੇ ਹਾਂ, ਤੇ ਉਹ ਗੋਲੀਆਂ ਵੀ ਪਾ ਕੇ ਰੱਖਣੀਆਂ ਕੋਈ ਟਿੱਡੀ। ਇਹ ਲਾਈਫ ਸਟਾਈਲ ਦਾ ਹਿੱਸਾ ਹੈ। ਤੁਸੀਂ ਹਾਊ ਯੂ ਕੈਰੀ ਯੋਰਸੈਲਫ। ਥੱਲੇ ਮਹਿੰਗੀਆਂ ਕਾਰਾਂ ਨੇ, ਹੱਥਾਂ ਦੇ ਵਿੱਚ ਮਹਿੰਗੇ ਫੋਨ ਨੇ, ਇਹ ਕਿਸਾਨ ਨਹੀਂ ਹੋ ਸਕਦੇ। ਬਿਲਕੁਲ ਕਾਰਾਂ ਮਹਿੰਗੀਆਂ ਨੇ, ਉਹ ਕਾਰਾਂ ਨੇ ਜਿਹੜੀਆਂ ਸ਼ਾਇਦ ਕਈ ਬਹੁਤ ਵੱਡੇ ਧਨਾੜ ਲੋਕਾਂ ਨੇ ਵੀ ਨਹੀਂ ਦੇਖੀਆਂ ਹੋਣੀਆਂ ਜਾਂ ਸੋਚੀਆਂ ਵੀ ਨਹੀਂ ਹੋਣੀਆਂ, ਪਰ ਐਟ ਦਾ ਸੇਮ ਟਾਈਮ ਉਹ ਕਿਸਾਨ ਵੱਲ ਤੁਹਾਡਾ ਧਿਆਨ ਕਿਉਂ ਨਹੀਂ ਜਾਂਦਾ ਜਿਹੜਾ ਅੱਜ ਵੀ ਸਲਫਾਸ ਖਾ ਰਿਹਾ। ਮਤਲਬ ਕਿੱਥੇ ਲਿਖਿਆ ਕਿ ਇੰਡਸਟਰੀਲਿਸਟ ਹੀ ਸਿਰਫ ਤਰੱਕੀ ਕਰ ਸਕਦਾ, ਕਿਸਾਨ ਤਰੱਕੀ ਨਹੀਂ ਕਰ ਸਕਦਾ? ਇਹ ਕਿੱਥੇ ਲਿਖਿਆ? ਲੋਕ ਬੜੇ ਟੌਰ ਨਾਲ ਕਹਿੰਦੇ ਨੇ ਭਾਜੀ ਸਾਈਕਲਾਂ ਦੀ ਦੁਕਾਨ ਹੁੰਦੀ ਸੀ, ਫਿਰ ਹੌਲੀ ਹੌਲੀ ਮੋਟਰਸਾਈਕਲਾਂ ਦੀ ਏਜੰਸੀ ਲੈ ਲਈ, ਬਾਅਦ 'ਚ ਕਿਤੇ ਕਾਰਾਂ ਦੀ ਮਿਲ ਗਈ ਏਜੰਸੀ ਭਾਜੀ, ਤੇ ਹੁਣ ਤਾਂ ਭਾਜੀ ਮਤਲਬ ਸਾਡੇ ਜਿਹੜੇ ਆਊਟਲੈਟ ਨੇ ਨਾ ਪੂਰੀ ਕੰਟਰੀ ਭਾਜੀ 22 ਆਊਟਲੈਟ ਨੇ। ਮਤਲਬ ਯਾਰ ਤੁਸੀਂ ਦੂਸਰੀ ਵਾਰ ਸੱਤਾ 'ਚ ਆਏ ਹੋ, 7ਵਾਂ ਸਾਲ ਤੁਹਾਡੀ ਹਕੂਮਤ ਦਾ ਚੱਲਦਾ ਪਿਆ, ਤੁਸੀਂ ਅੱਜ ਤੱਕ ਆਪੋਜੀਸ਼ਨ ਦੇ ਲੀਡਰ ਨੂੰ ਪੱਪੂ ਕਹਿ ਕੇ ਬੁਲਾਉਂਦੇ ਹੋ। ਅੱਜ ਤੁਸੀਂ ਮੰਨ ਰਹੇ ਹੋ ਕਿ ਤੁਹਾਡੀ ਆਪੋਜੀਸ਼ਨ ਇੰਨੀ ਸਟਰੋਂਗ ਹੋ ਗਈ ਕਿ ਉਹਨੇ 70% ਜਨਤਾ ਨੂੰ ਗੁੰਮਰਾਹ ਕਰ ਲਿਆ, 70% ਕਿਸਾਨ ਬੈਠਾ ਹੈ। ਦੇ ਯੂਥ ਨੇ ਸਾਬਤ ਕਰ ਦਿੱਤਾ ਕਿ ਪਹਿਲਾਂ ਇੱਕ ਨਾਰਾ ਸੀ ਜੈ ਜਵਾਨ ਜੈ ਕਿਸਾਨ, ਜੋ ਨਾਰਾ ਹੈ, ਔਰ ਅੱਜ ਕੋਸ਼ਿਸ਼ ਹੈ ਸਰਕਾਰਾਂ ਦੀ ਕਿ ਜਵਾਨਾਂ ਦੀ ਡਿਊਟੀ ਜਿਹੜੀ ਲੱਗੀ ਹੈ, ਆਈ ਥਿੰਕ ਉਹ ਬੜੇ ਮਜਬੂਰ ਹੋ ਕੇ ਡਿਊਟੀ ਦੇ ਰਹੇ। ਕਿਸੇ ਦਾ ਵੀ ਇਹ ਨਾਰਾ ਖਰਾਬ ਨਹੀਂ ਹੋ ਸਕਦਾ। ਜਵਾਨ ਸਾਡੇ ਨਾਲ ਹੈ, ਕਿਸਾਨ ਔਰ ਜਵਾਨਾਂ ਨੂੰ ਕਦੀ ਅਲੱਗ-ਅਲੱਗ ਨਹੀਂ ਕੀਤਾ ਜਾ ਸਕਦਾ। ਜਾਰੀ ਪਤਾ ਨਹੀਂ ਕਿਸ ਤਰੀਕੇ ਕਿੰਨੀਆਂ ਮੁਸ਼ਕਲਾਂ ਨਾਲੋਂ ਲੰਘ ਕੇ ਲੁੱਕ ਛੁਪ ਕੇ ਗੁਜਰਾਤ ਦੇ ਕਿਸਾਨ, ਮਹਾਰਾਸ਼ਟਰ ਦੇ, ਯੂਪੀ ਦੇ, ਰਾਜਸਥਾਨ ਦੇ ਸਾਰੇ ਅੱਜ ਇੱਕ ਮੰਚ ਤੇ ਇਕੱਠੇ ਹੋਏ ਆ। ਸਰਕਾਰਾਂ ਬੇਸ਼ੱਕ ਲੜਾਉਣ ਦੀ ਕੋਸ਼ਿਸ਼ ਕਰ ਲੈਣ, ਲੇਕਿਨ ਇਹ ਨੈਸ਼ਨਲ ਇੰਟੈਗ੍ਰੇਸ਼ਨ ਦੀ ਮਿਸਾਲ ਹੈ ਅੰਦੋਲਨ ਹੈ। ਤੁਸੀਂ ਦੇਖੋਗੇ ਸਾਰੇ ਮੁਸਲਮਾਨ, ਹਿੰਦੂ ਸਾਰੇ ਆਪਾਂ ਇਕੱਠੇ ਐਜ਼ ਯੂਨਾਈਟਿਡ, ਜਿੱਦਾਂ ਯੂਨਾਈਟਿਡ ਸਿੱਖ ਦਾ ਨਾਮ ਹੈ, ਇਹਦਾ ਯੂਨਾਈਟਿਡ ਆਪਾਂ ਹੋ ਕੇ ਸਾਰੇ ਲੜ ਰਹੇ ਹਾਂ ਇਸ ਪ੍ਰੋਟੈਸਟ 'ਚ। ਸੋ ਆਈ ਥਿੰਕ ਦੈਟਸ ਦ ਮੋਸਟ I feel proud ਕਿ ਆਪਾਂ ਸਾਰੇ we together in this as one। ਇੱਥੇ ਸਮਰਥਨ ਤੇ ਸਮਝਦਾਰੀ ਨਾਲ ਜਿਹੜੇ ਕੰਮ ਹੋ ਰਹੇ ਆ, ਮਤਲਬ ਬਹੁਤ ਹੀ ਖੁਸ਼ੀ ਹੁੰਦੀ ਹੈ, ਨਾਲੇ ਨਾਲ ਖੂਨ ਵੀ ਹੁੰਦਾ ਵੀ ਬੰਦਾ ਹੋਰ ਅੱਗੇ ਆਈਏ। ਆਪਾਂ ਸਾਡੇ ਵਰਗੇ ਲੋਕ ਹੋਰ ਕਿਉਂ ਨਹੀਂ ਆ ਰਹੇ, ਘਰ ਕਿਉਂ ਬੈਠੇ ਨੇ। ਰੋਜ਼ਾਨਾ ਸਪੋਕਸਮੈਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ, ਇਸ ਤਰ੍ਹਾਂ ਜਨ ਅੰਦੋਲਨ ਬਣ ਜਾਏਗਾ ਤੇ ਦਿੱਲੀ ਦੀਆਂ ਸੜਕਾਂ ਤੇ, ਦਿੱਲੀ ਦੀਆਂ ਹੱਦਾਂ ਤੇ ਕਿਸਾਨ ਇਸ ਤਰ੍ਹਾਂ ਭਾਰੀ ਗਿਣਤੀ ਦੇ ਵਿੱਚ ਆ ਬੈਠਣਗੇ, ਕਦੇ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਊਗਾ। ਇਸ ਵਕਤ ਅਸੀਂ ਗਾਜ਼ੀਪੁਰ ਬਾਰਡਰ ਮੌਜੂਦ ਹਾਂ। ਮੇਰੇ ਨਾਲ ਇਸ ਵਕਤ ਉਹ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਬੋਲੀ ਲਈ, ਪੰਜਾਬੀਅਤ ਲਈ ਕੰਮ ਕੀਤਾ ਹੈ, ਤੇ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਉਹ ਰਾਜਨੀਤਿਕ ਮਸਲਿਆਂ ਤੇ ਰਾਜਨੀਤੀ ਤੇ ਵੀ ਆਪਣੀ ਜਿਹੜੀ ਸਮਝ ਰੱਖਦੇ ਨੇ, ਤੇ ਨਾਲ ਦੇ ਨਾਲ ਆਪਣੇ ਅਲੱਗ ਅੰਦਾਜ਼ ਦੇ ਨਾਲ ਲੋਕਾਂ ਨੂੰ ਸੇਧ ਵੀ ਦਿੰਦੇ ਨੇ ਤੇ ਵਿਅੰਗ ਵੀ ਕੱਸਦੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾ ਸਵਾਲ, ਕੀ ਨਜ਼ਰੀਆ ਇਸ ਸਾਰੇ ਅੰਦੋਲਨ ਨੂੰ? ਨਜ਼ਰੀਆ ਦੇਖੋ, ਅੰਦੋਲਨ ਜਦੋਂ ਚੱਲਦੇ ਨੇ, ਅੰਦੋਲਨ ਦੀ ਕੋਈ ਡੇਟ ਨਹੀਂ ਮਿੱਥੀ ਜਾ ਸਕਦੀ। ਇਹਦੀ ਸ਼ੁਰੂ ਕਰਨ ਦੀ ਡੇਟ ਤਾਂ ਮਿੱਥੀ ਜਾ ਸਕਦੀ ਵੀ ਕਿੱਦਣ ਤੋਂ ਸ਼ੁਰੂ ਹੋਏਗਾ, ਇਹਦੀ ਸਮਾਪਤੀ ਦੀ ਡੇਟ ਕਦੇ ਨਹੀਂ ਮਿੱਥੀ ਜਾਂਦੀ ਹੁੰਦੀ। ਅੰਦੋਲਨ ਜਿਹੜੇ ਨੇ ਜਾਂ ਤਾਂ ਖਤਮ ਕਰ ਦਿੱਤੇ ਜਾਂਦੇ ਨੇ ਜਾਂ ਅੰਦੋਲਨ ਜਿੱਤ ਕੇ ਸਮਾਪਤ ਹੁੰਦੇ ਨੇ। ਪਰ ਜੇ ਪੰਜਾਬ ਦੇ ਇਤਿਹਾਸ ਦੀ ਗੱਲ ਸ਼ੁਰੂ ਕਰੀਏ ਆਪਾਂ, ਤੇ ਸਦੀਆਂ ਪੁਰਾਣਾ ਇਤਿਹਾਸ ਦੇਖ ਲਈਏ, ਪੰਜਾਬ 'ਚ ਜੇ ਕੋਈ ਮੂਵਮੈਂਟ ਉੱਠੀ ਹੈ, ਜੇ ਕੋਈ ਸੰਘਰਸ਼ ਉੱਠਿਆ ਜਿੱਥੇ ਸਾਰੇ ਪੰਜਾਬ ਨੇ ਇੱਕ ਸੁਰ ਹੋ ਕੇ ਇੱਕ ਆਵਾਜ਼ ਉਠਾਈ ਹੋਵੇ, ਉਹ ਸੰਘਰਸ਼ ਕਦੇ ਅਜਾਈ ਨਹੀਂ ਗਿਆ, ਉਹ ਕਾਮਯਾਬ ਹੋਇਆ। ਸੋ ਇਹ ਵੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਮਿਸਾਲ ਹੋਏਗਾ ਜਦੋਂ ਕਿਸਾਨ ਜਿੱਤ ਕੇ ਵਾਪਸ ਮੁੜੇਗਾ ਆਪਣੇ ਹੱਕਾਂ ਦੀ ਲੜਾਈ ਲੜ ਕੇ। ਸੋ ਕਿਉਂਕਿ ਜੀ ਉਰੇ ਆਪਾਂ ਦੇਖੀਏ ਪੂਰੇ ਜਿਹੜੇ ਪ੍ਰਬੰਧ ਨੇ ਉਹ ਕੱਲੀ ਜਿਹੜੀ ਛੋਟੀ ਤੋਂ ਲੈ ਕੇ ਵੱਡੀ ਉਪਲਬਧ ਕੀਤੀ ਗਈ ਹੈ ਚੀਜ਼ ਕਿਸਾਨਾਂ ਦੇ ਲਈ। ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ। ਇੱਕ ਜਿਹੜੀ ਪਿਕਚਰ ਨਿਕਲ ਕੇ ਆ ਰਹੀ ਹੈ ਇਸ ਅੰਦੋਲਨ ਦੀ, ਮੈਂ ਕਹੂੰਗਾ ਇੱਕ ਬੜੀ ਚੰਗੀ ਜਿਹੜਾ ਮੈਸੇਜ ਆ ਰਿਹਾ ਪੂਰੇ ਆਵਾਮ ਨੂੰ। ਇੱਥੇ ਕਿਸਾਨ ਆ ਕੇ ਰਹਿ ਰਿਹਾ ਹੈ ਨਾ,
ਤੁਹਾਡਾ ਜਿਹੜਾ ਰਹਿਣ ਸਹਿਣ ਹੈ ਨਾ ਉਹੀ ਤੁਹਾਡਾ ਕਿਰਦਾਰ ਦਰਸਾਉਂਦਾ ਲੋਕਾਂ ਨੂੰ। ਤੁਹਾਡਾ ਕਿਰਦਾਰ ਲੋਕਾਂ ਨੂੰ ਕਿੱਥੋਂ ਪਤਾ ਲੱਗਦਾ ਕਿ ਹਾਊ ਯੂ ਲਿਵ, ਹੈ ਨਾ। ਤੁਹਾਡਾ ਲਾਈਫ ਸਟਾਈਲ ਕੀ ਹੈ। ਲਾਈਫ ਸਟਾਈਲ ਇੱਕ ਲਫ਼ਜ਼ ਜਿਹੜਾ ਨਾ ਉਹ ਜੁੜ ਗਿਆ ਲਗਜ਼ਰੀ ਦੇ ਨਾਲ, ਕਿ ਲੋਕੀ ਕਹਿੰਦੇ ਜਿਹੜਾ ਵੱਡੀ ਗੱਡੀ 'ਚੋਂ ਉਤਰਦਾ, ਜਿਹੜਾ ਬਹੁਤ ਪੈਸੇ ਖਰਚਦਾ, ਜਿਹੜਾ ਮਤਲਬ ਪੂਰਾ ਮੌਜਾਂ ਕਰਦਾ, ਉਹਨੂੰ ਕਹਿੰਦੇ ਲਾਈਫ ਸਟਾਈਲ। ਉਹ ਨਹੀਂ ਹੁੰਦਾ। ਲਾਈਫ ਸਟਾਈਲ ਇੱਕ ਦੇਸੀ ਘਰ ਦੀ, ਗਰੀਬ ਘਰ ਦੀ ਇੱਕ ਸੁਆਣੀ ਦਾ ਵੀ ਲਾਈਫ ਸਟਾਈਲ ਹੁੰਦਾ ਕਿ ਉਹ ਭਾਂਡੇ ਮਾਂਜ ਕੇ ਉਹਦਾ ਪਾਣੀ ਡੋਂਗਿਆਂ 'ਚੋਂ ਕੱਢ ਕੇ ਤੇ ਫਿਰ ਉਹ ਕਿਵੇਂ ਟਿਕਾਉਂਦੀ ਹੈ, ਕਿਵੇਂ ਚਿਣਦੀ ਹੈ, ਉਹ ਕੱਪੜਿਆਂ ਨੂੰ ਤੈਅ ਕਿਵੇਂ ਲਾ ਕੇ ਰੱਖਦੀ ਹੈ, ਉਹ ਸਫਾਈ ਕਿਵੇਂ ਰੱਖਦੀ ਹੈ। ਉਹ ਜਿਹੜੀ ਕੀ ਪਾਉਂਦੇ ਹੁੰਦੇ ਸੀ, ਸਾਡੇ ਮਾਤਾ ਜੀ ਵੀ ਪਾਉਂਦੇ ਹੁੰਦੇ ਸੀ, ਉਹ ਗੋਲੀਆਂ ਜੀਆਂ ਪਾਉਂਦੇ ਹੁੰਦੇ ਨੇ ਨਾ, ਜਿਹਨੂੰ ਫਰਨੈਲ ਦੀਆਂ, ਵੈਸੇ ਫਿਨਾਇਲ ਦੀਆਂ ਗੋਲੀਆਂ, ਅਸੀਂ ਫਰਨੈਲ ਦੀਆਂ ਕਹਿੰਦੇ ਰਹੇ ਹਾਂ, ਤੇ ਉਹ ਗੋਲੀਆਂ ਵੀ ਪਾ ਕੇ ਰੱਖਣੀਆਂ ਕੋਈ ਟਿੱਡੀ। ਇਹ ਲਾਈਫ ਸਟਾਈਲ ਦਾ ਹਿੱਸਾ ਹੈ। ਤੁਸੀਂ ਹਾਊ ਯੂ ਕੈਰੀ ਯੋਰ ਸੈਲਫ। ਕਹਿੰਦੇ ਸੁਰਮਾ ਪਾ ਬੜੇ ਲੈਂਦੇ, ਮਟਕਾਉਣਾ ਨਹੀਂ ਆਉਂਦਾ। ਜੇ ਪਾ ਲਿਆ ਮਟਕਾਉਣਾ ਨਹੀਂ ਆਇਆ ਫਿਰ ਕੀ ਫਾਇਦਾ। ਪੰਜਾਬੀਆਂ ਦੀ ਇੱਕ ਪਹਿਚਾਣ ਹੈ। ਜੇ ਮੈਨੂੰ ਕੋਈ ਕਹੇ ਨਾ ਇੱਕ ਲਾਈਨ 'ਚ ਪੰਜਾਬੀ ਨੂੰ ਦੱਸਣਾ ਕਿ ਪੰਜਾਬੀ ਕੌਣ ਹੁੰਦੇ ਨੇ, ਤਾਂ ਇੱਕ ਲਾਈਨ 'ਚ ਹੀ ਦੱਸਿਆ ਜਾ ਸਕਦਾ ਕਿ 2 ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਤੁਸੀਂ ਲਾਈਫ ਸਟਾਈਲ ਦੀ ਗੱਲ ਕਰ ਰਹੇ ਹੋ। ਇਸ ਲਾਈਫ ਸਟਾਈਲ ਤੇ ਸਵਾਲ ਵੀ ਬੜੇ ਖੜੇ ਹੋ ਰਹੇ ਨੇ। ਕਹਿੰਦੇ ਥੱਲੇ ਮਹਿੰਗੀਆਂ ਕਾਰਾਂ ਨੇ, ਹੱਥਾਂ ਦੇ ਵਿੱਚ ਮਹਿੰਗੇ ਫੋਨ ਨੇ, ਇਹ ਕਿਸਾਨ ਨਹੀਂ ਹੋ ਸਕਦੇ। ਬਿਲਕੁਲ ਕਾਰਾਂ ਮਹਿੰਗੀਆਂ ਨੇ। ਉਹ ਕਾਰਾਂ ਨੇ ਜਿਹੜੀਆਂ ਸ਼ਾਇਦ ਕਈ ਬਹੁਤ ਵੱਡੇ ਧਨਾੜ ਲੋਕਾਂ ਨੇ ਵੀ ਨਹੀਂ ਦੇਖੀਆਂ ਹੋਣੀਆਂ ਜਾਂ ਸੋਚੀਆਂ ਵੀ ਨਹੀਂ ਹੋਣੀਆਂ, ਪਰ ਐਟ ਦਾ ਸੇਮ ਟਾਈਮ ਉਹ ਕਿਸਾਨ ਵੱਲ ਤੁਹਾਡਾ ਧਿਆਨ ਕਿਉਂ ਨਹੀਂ ਜਾਂਦਾ ਜਿਹੜਾ ਅੱਜ ਵੀ ਸਲਫਾਸ ਖਾ ਰਿਹਾ। ਉਸ ਕਿਸਾਨ ਵੱਲ ਤੁਹਾਡਾ ਧਿਆਨ ਕਿਉਂ ਨਹੀਂ ਜਾਂਦਾ ਜਿਹੜਾ ਅੱਜ ਵੀ ਆਪਣੇ ਖੇਤ 'ਚ ਆਪਣੀ ਟਾਹਲੀ ਨਾਲ ਲਟਕਿਆ ਹੁੰਦਾ, ਫਾਹ ਲੈ ਕੇ ਮਰ ਜਾਂਦਾ। ਸੋ ਇਹ ਵਰਗ ਹੈ, ਇਹਦੇ 'ਚ ਸਾਡੇ ਸਮਰੱਥ ਕਿਸਾਨ ਵੀ ਹੈਗੇ ਨੇ ਜਿਨ੍ਹਾਂ ਨੇ ਦੇਸ਼ ਨੂੰ ਲੀਡ ਕੀਤਾ ਕਿਸਾਨੀ ਦੇ ਵਿੱਚ, ਜਿਨ੍ਹਾਂ ਕੋਲ ਅੱਜ ਅੱਛੀ ਕਿਸਾਨੀ ਹੈ, ਅੱਛੀ ਖੇਤੀਬਾੜੀ ਹੈ। ਕੋਈ ਗੁਨਾਹ ਹੋ ਗਿਆ? ਮਤਲਬ ਕਿੱਥੇ ਲਿਖਿਆ ਕਿ ਇੰਡਸਟਰੀਲਿਸਟ ਹੀ ਸਿਰਫ ਤਰੱਕੀ ਕਰ ਸਕਦਾ, ਕਿਸਾਨ ਤਰੱਕੀ ਨਹੀਂ ਕਰ ਸਕਦਾ? ਇਹ ਕਿੱਥੇ ਲਿਖਿਆ? ਲੋਕ ਬੜੇ ਟੌਰ ਨਾਲ ਕਹਿੰਦੇ ਨੇ ਭਾਜੀ ਸਾਈਕਲਾਂ ਦੀ ਦੁਕਾਨ ਹੁੰਦੀ ਸੀ, ਫਿਰ ਹੌਲੀ ਹੌਲੀ ਮੋਟਰਸਾਈਕਲਾਂ ਦੀ ਏਜੰਸੀ ਲੈ ਲਈ, ਬਾਅਦ 'ਚ ਕਿਤੇ ਕਾਰਾਂ ਦੀ ਮਿਲ ਗਈ ਏਜੰਸੀ ਭਾਜੀ, ਤੇ ਹੁਣ ਤਾਂ ਭਾਜੀ ਮਤਲਬ ਸਾਡੇ ਜਿਹੜੇ ਆਊਟਲੈਟ ਨੇ ਨਾ ਪੂਰੀ ਕੰਟਰੀ ਭਾਜੀ 22 ਆਊਟਲੈਟ ਨੇ। ਮਤਲਬ ਤੁਸੀਂ ਟੌਰ ਨਾਲ ਦੱਸ ਸਕਦੇ ਹੋ, ਕਿਸਾਨ ਨਹੀਂ ਦੱਸ ਸਕਦਾ ਕਿ ਮੇਰੇ ਕੋਲ ਪਹਿਲਾਂ 8 ਖੇਤ ਹੁੰਦੇ ਸੀ, 8 ਤੋਂ ਫਿਰ ਮੈਂ ਕਿੱਦਾਂ 12 ਕੀਤੇ, 12 ਤੋਂ 28 ਕਿਵੇਂ ਹੋਏ ਤੇ ਮੇਰੇ 56 ਕਿਵੇਂ ਹੋਏ। ਕਿਸਾਨ ਨਹੀਂ ਕਰ ਸਕਦਾ। ਫਿਰ ਕਿਸਾਨ ਕੋਲ ਜੇ ਖੇਤੀਬਾੜੀ ਚੰਗੀ ਤਗੜੀ ਹੈ, ਉਹ ਗੱਡੀ ਕਿਉਂ ਨਹੀਂ ਰੱਖ ਸਕਦਾ? ਤੁਸੀਂ ਸਿਆਸੀ ਸਮਝ ਵੀ ਰੱਖਦੇ ਹੋ। ਜੇ ਆਪਾਂ ਇਤਿਹਾਸ ਤੇ ਨਜ਼ਰ ਮਾਰੀਏ, ਅੰਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਸੀ, ਉਹਨਾਂ ਦੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਨਿਕਲ ਕੇ ਆਈ। ਕੀ ਲੱਗਦਾ ਹੈ ਕਿ ਇਸ ਅੰਦੋਲਨ 'ਚੋਂ ਕੋਈ ਪੋਲੀਟੀਕਲ ਪਾਰਟੀ, ਕਿਸਾਨ ਪਾਰਟੀ ਜਾਂ ਕੋਈ ਹੋਰ ਪਾਰਟੀ ਨਿਕਲ ਕੇ ਆ ਸਕਦੀ ਹੈ? ਬਹੁਤ ਅੱਛੀ ਗੱਲ, ਤੁਸੀਂ ਸਵਾਲ ਦੇ ਵਿੱਚ ਹੀ ਜਵਾਬ ਹੈ ਮੇਰਾ। ਤੁਸੀਂ ਕਿਹਾ ਅੰਨਾ ਹਜ਼ਾਰੇ ਦਾ ਅੰਦੋਲਨ ਸੀ, ਉਹ ਕਿਸੇ ਵਿਅਕਤੀ ਦਾ ਅੰਦੋਲਨ ਸੀ। ਕਿਸੇ ਵਿਅਕਤੀ ਦੇ ਅੰਦੋਲਨ 'ਚੋਂ ਵਿਅਕਤੀ ਨਿਕਲ ਸਕਦੇ ਨੇ, ਪਰ ਇਹ ਕਿਸਾਨ ਦਾ ਅੰਦੋਲਨ ਹੈ। ਇਹ ਕਿਸੇ ਬੰਦੇ ਦੇ, ਇਹ ਦੱਸ ਦਿਓ ਕਿਹਦਾ ਅੰਦੋਲਨ, ਕਿਸੇ ਇੱਕ ਬੰਦੇ ਦੇ ਨਾਂ ਤੇ ਦੱਸ ਦਿਓ ਇਹਦਾ ਇੱਕ ਲੀਡਰ ਕੌਣ ਹੈ। ਇਹ ਤਾਂ ਜਦੋਂ ਗੱਲ ਹੁੰਦੀ ਹੈ ਉਦੋਂ ਵੀ ਸਾਰੀਆਂ ਜਥੇਬੰਦੀਆਂ ਜਾਂਦੀਆਂ ਨੇ ਜਾਂ ਉਹਨਾਂ ਦੇ ਨੁਮਾਇੰਦੇ ਚੁਣ ਕੇ ਭੇਜੇ ਜਾਂਦੇ ਨੇ, ਕੋਈ ਇੱਕ ਬੰਦਾ ਗੱਲ ਕਰਨ ਨਹੀਂ ਜਾਂਦਾ। ਸੋ ਇੱਕ ਬੰਦੇ ਦੇ ਸੰਘਰਸ਼ ਵਿੱਚੋਂ ਤਾਂ ਕੋਈ ਪਾਰਟੀ ਨਿਕਲ ਸਕਦੀ ਹੈ। ਇਹ ਸਰਬ ਸਾਂਝਾ ਸੰਘਰਸ਼ ਹੈ। ਇਹਦਾ ਕੰਮ ਜਿਹੜੇ ਪੋਲੀਟੀਕਲ ਲੀਡਰ ਪੈਦਾ ਕਰਨੇ ਨਹੀਂ ਹੈ। ਹਾਂ, ਜੇ ਕੋਈ ਪੋਲੀਟੀਕਲ ਲੀਡਰ ਕਿਸੇ ਤਰ੍ਹਾਂ ਦਾ ਇਹਦੇ 'ਚੋਂ ਗੇਨ ਲੈਣ ਦੀ ਕਦੇ ਕੋਸ਼ਿਸ਼ ਵੀ ਕਿਸੇ ਨੇ ਕੀਤੀ ਹੈ ਤਾਂ ਉਹਨੂੰ ਇੱਥੋਂ ਮਨ੍ਹਾ ਕਰ ਦਿੱਤਾ ਗਿਆ। ਉਹਨੂੰ ਇਹ ਕਿਹਾ ਗਿਆ ਕਿ ਇਹ ਸਿਆਸੀ ਪਿੜ ਨਹੀਂ ਹੈ, ਇਹ ਸਿਆਸੀ ਕੋਈ ਮੰਚ ਨਹੀਂ ਹੈ। ਸੋ ਬੜੀ ਸਲੀਕੇ ਦੇ ਨਾਲ ਰਾਜਨੀਤੀ ਨੂੰ ਇਸ ਸੰਘਰਸ਼ ਦੇ ਮੰਚ ਤੋਂ ਦੂਰ ਰੱਖਿਆ ਗਿਆ, ਜਿਹੜੀ ਕਿ ਮੈਂ ਕਹਿੰਦਾ ਬੜੀ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ, ਕਿਉਂਕਿ ਇੱਥੇ ਉਹ ਵੀ ਲੀਡਰ ਹੋਏ ਨੇ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਬੱਚਿਆਂ ਦੀਆਂ ਸਹੁੰਆਂ ਖਾ ਕੇ ਕਿਹਾ ਸੀ ਕਿ ਹਮ ਕभी ਰਾਜਨੀਤੀ में नहीं आएंगे। ਉਹ ਅੱਜ CM ਬਣੇ ਹੋਏ ਨੇ, ਪਰ ਇਹ ਤਾਂ ਇਹਨਾਂ ਨੇ ਰਾਜਨੀਤੀ ਤੋਂ ਦੂਰ ਹੀ ਇੰਨਾ ਰੱਖਿਆ ਕਿ ਕੋਈ ਬੰਦਾ ਸੋਚ ਵੀ ਨਾ ਸਕੇ ਰਾਜਨੀਤੀ ਬਾਰੇ। ਸੋ ਜਿੱਧਰ ਤੁਹਾਡਾ ਇਸ਼ਾਰਾ ਮੈਂ ਉਧਰ ਵੀ ਸਵਾਲ ਲੈ ਕੇ ਜਾਣਾ। ਮੋਦੀ ਸਾਹਿਬ ਵੀ ਇਹ ਗੱਲ ਕਹਿ ਰਹੇ ਨੇ, ਬਾਕੀ ਸਰਕਾਰੀ ਹੋਰ ਨੁਮਾਇੰਦੇ ਵੀ ਇਹ ਗੱਲ ਕਹਿ ਰਹੇ ਨੇ। ਕਹਿੰਦੇ ਇਸ ਦੇ ਵਿੱਚ ਜਿਹੜਾ ਓਪੋਜੀਸ਼ਨ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਤੇ ਕੇਜਰੀਵਾਲ ਸਾਹਿਬ ਜਾਂ ਵੱਖ-ਵੱਖ ਉਹਨਾਂ ਵੱਲੋਂ ਵੀ ਬਿੱਲ ਪਾੜੇ ਗਏ ਨੇ, ਉੱਥੇ ਸ਼ਮੂਲੀਅਤ ਵੀ ਕੀਤੀ ਗਈ ਹੈ। ਬਾਕੀ ਹੋਰ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਵੀ ਇਸ ਅੰਦੋਲਨ 'ਚ ਪਹੁੰਚ ਰਹੇ ਨੇ। ਉਸ ਨੂੰ ਕਿਵੇਂ ਦੇਖਦੇ ਹੋ? ਯਾਰ ਤੁਸੀਂ ਦੂਸਰੀ ਵਾਰ ਸੱਤਾ 'ਚ ਆਏ ਹੋ, 7ਵਾਂ ਸਾਲ ਤੁਹਾਡੀ ਹਕੂਮਤ ਦਾ ਚੱਲਦਾ ਪਿਆ। ਤੁਸੀਂ ਅੱਜ ਤੱਕ ਆਪੋਜੀਸ਼ਨ ਦੇ ਲੀਡਰ ਨੂੰ ਪੱਪੂ ਕਹਿ ਕੇ ਬੁਲਾਉਂਦੇ ਹੋ। ਅੱਜ ਤੁਸੀਂ ਮੰਨ ਰਹੇ ਹੋ ਕਿ ਤੁਹਾਡੀ ਆਪੋਜੀਸ਼ਨ ਇੰਨੀ ਸਟਰੋਂਗ ਹੋ ਗਈ ਕਿ ਉਹਨੇ 70% ਜਨਤਾ ਨੂੰ ਗੁੰਮਰਾਹ ਕਰ ਲਿਆ। 70% ਕਿਸਾਨ ਬੈਠਾ ਹੈ ਇੰਡੀਆ ਦੇ ਵਿੱਚ, ਉਹ ਇੰਨੀ ਸਟਰੋਂਗ ਹੋ ਗਈ, ਇੱਕਦਮ ਇੰਨੀ ਤਾਕਤਵਰ ਹੋ ਗਈ ਕਿ ਉਹਨੇ ਸਾਰਾ ਕਿਸਾਨ ਗੁੰਮਰਾਹ ਕਰ ਲਿਆ। ਤੁਸੀਂ ਕਿਸਾਨ ਨੂੰ ਬੇਵਕੂਫ ਸਮਝ ਰਹੇ ਹੋ ਕਿ ਉਹਨੂੰ ਕੋਈ ਗੁੰਮਰਾਹ ਕਰ ਸਕਦਾ, ਕਿ ਆਪਣੀ ਆਪੋਜੀਸ਼ਨ ਨੂੰ ਜ਼ਿਆਦਾ ਸਮਰੱਥ ਸਮਝ ਰਹੇ ਹੋ, ਜ਼ਿਆਦਾ ਕੈਪੇਬਲ ਸਮਝ ਰਹੇ ਹੋ ਕਿ ਉਹ ਕਿਸਾਨ ਨੂੰ ਗੁੰਮਰਾਹ ਕਰ ਸਕਦੇ ਆ, ਕਿ ਆਪਣੀ ਨਲਾਇਕੀ ਮੰਨ ਰਹੇ ਹੋ, ਆਪਣੀ ਕਮਜ਼ੋਰੀ ਮੰਨ ਰਹੇ ਹੋ ਕਿ ਤੁਸੀਂ ਚੰਗਾ ਕੰਮ ਕਰਕੇ ਵੀ, ਹਕੂਮਤ 'ਚ ਹੋ ਕੇ ਵੀ ਕਨਵਿੰਸ ਨਹੀਂ ਕਰ ਪਾਏ ਲੋਕਾਂ ਨੂੰ, ਤੁਹਾਡੇ 'ਚ ਕਨਵਿਕਸ਼ਨ ਨਹੀਂ ਹੈ।
ਤੁਹਾਡੀ ਕਮਜ਼ੋਰ ਜੀ ਆਪੋਜੀਸ਼ਨ ਨੇ ਇੰਨੇ ਵੱਡੇ ਗਰੁੱਪ ਨੂੰ ਗੁੰਮਰਾਹ ਕਰ ਲਿਆ। ਇਹ ਤੁਸੀਂ ਆਪਣੀ ਨਲਾਇਕੀ ਦੱਸ ਰਹੇ ਹੋ, ਕਿਸੇ ਦੀ ਕੋਈ ਗੱਲ ਨਹੀਂ। ਸੋ ਮੈਂ ਤੁਹਾਨੂੰ ਦੱਸ ਦੂਜੀ ਦਵਾਂ ਗੱਲ ਜਿਹੜੀ ਤੁਸੀਂ ਦੱਸ ਰਹੇ ਸੀ ਕਿ ਬਿੱਲ ਪਾੜੇ, ਕੇਜਰੀਵਾਲ ਸਾਹਿਬ ਨੇ ਵੀ ਜਿਹੜੇ ਬਿੱਲ ਪਾੜੇ ਨੇ ਪਰ ਪਹਿਲੋਂ ਤਾਂ 1 ਮਹੀਨਾ ਪਹਿਲੋਂ ਆਪਣੀ ਕੈਬਨਿਟ ਦੇ ਵਿੱਚ ਉਹਨਾਂ ਬਿੱਲਾਂ ਨੂੰ ਮਨਜ਼ੂਰੀ ਦੇਤੀ, ਉਹਨਾਂ ਕਾਨੂੰਨਾਂ ਨੂੰ ਮਤਾ ਪਾਸ ਕਰਤਾ ਉਹਨਾਂ ਦੇ ਹੱਕ ਵਿੱਚ। ਬਾਅਦ 'ਚ ਤੁਸੀਂ ਕਾਪੀਆਂ ਪਾੜ ਰਹੇ ਹੋ। ਇਹਨੂੰ ਮੈਂ ਇਹੀ ਕਹਾਂਗਾ ਕੇਜਰੀਵਾਲ ਸਾਹਿਬ, ਇਹ ਪੂਰੀ ਬੋਤਲ 'ਚ ਦਾਰੂ ਪੀਣ ਤੋਂ ਬਾਅਦ 'ਚ ਬੋਤਲ ਭੰਨਣ ਵਾਲੀ ਗੱਲ ਹੈ, ਨਹੀਂ ਪੀਣੀ ਚਾਹੀਦੀ, ਬਹੁਤ ਗੰਦੀ ਹੁੰਦੀ ਹੈ। ਫਿਰ ਪੀਤੀ ਕਿਉਂ? ਕਈ ਸੀਐਮ ਜਿਹੜੇ ਨੇ ਅੜ ਗਏ ਨੇ ਕਈ ਸਟੇਟਾਂ ਦੇ, ਉਹਨਾਂ ਨੇ ਨਹੀਂ ਪਾਸ ਕੀਤੇ। ਅੱਜ ਵੀ ਮੈਂ ਦੇਖਿਆ ਕੇਰਲਾ ਦੇ ਵਿੱਚ ਵੀ ਇਸ ਕਾਨੂੰਨ ਦੇ ਖਿਲਾਫ ਮਤਾ ਪਾਸ ਹੋਇਆ ਅੱਜ ਕੇਰਲਾ ਦੇ ਵਿੱਚ ਵੀ, ਕੇਰਲਾ ਦੀ ਵਿਧਾਨ ਸਭਾ 'ਚ। ਇੱਦਾਂ ਹੋਰ ਵੀ ਸਟੇਟਸ ਵਿੱਚ ਹੋਇਆ। ਤੁਸੀਂ ਪਹਿਲਾਂ ਮਨਜ਼ੂਰ ਕਰਕੇ ਬਾਅਦ 'ਚ ਕਾਪੀਆਂ ਪਾੜਦੀਆਂ ਕਿ ਉਹ ਉਹੀ ਕਾਪੀਆਂ ਰਹਿ ਗਈਆਂ ਸੀ ਇੰਡੀਆ 'ਚ, ਉਹ ਹੋਰ ਕਾਪੀਆਂ ਕਢਾ ਲੈਣਗੇ। ਕਿੰਨੇ ਦੀਆਂ ਭਾਜੀ? 50 ਪੈਸੇ ਦੀ ਕਾਪੀ ਨਿਕਲ ਆਉਂਦੀ ਮੇਰੇ ਖਿਆਲ ਨਾਲ ਨਵੀਂ। ਜਿਹੜੇ ਖੇਤੀ ਮੰਤਰੀ ਨੇ ਉਹਨਾਂ ਨੇ ਕੱਲ ਜਿਹੜੇ ਅਨਾਨਾਸ ਦਾ 20 ਟਨ ਦਾ ਟਰੱਕ ਉੱਥੇ ਬਾਰਡਰ ਤੇ ਭੇਜਿਆ, ਟਿਕਰੀ ਬਾਰਡਰ ਤੇ। ਸੋ ਮੈਂ ਇਹਦੇ ਨਾਲ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਘੁੱਗੀ ਸਾਹਿਬ ਉਰੇ ਇਕੱਲੇ ਨਹੀਂ ਪਹੁੰਚੇ, ਆਪਣੀ ਪੂਰੀ ਫੈਮਿਲੀ ਦੇ ਨਾਲ ਆਏ ਨੇ। 16 ਮੈਂਬਰ ਜਿਹੜੇ ਇਸ ਅੰਦੋਲਨ ਦੇ ਵਿੱਚ ਆਪਣੀ ਸ਼ਮੂਲੀਅਤ ਦੇਣ ਆਏ ਨੇ। ਮਿਸਿਸ ਬੈਠੇ ਨੇ, ਉਹਨਾਂ ਦੇ ਮੈਡਮ ਬੈਠੇ ਨੇ, ਉਧਰ ਬੇਟੀ ਨੇ। ਸੋ ਉਹਨਾਂ ਨਾਲ ਵੀ ਸਵਾਲ ਲਵਾਂਗੇ। ਮੈਡਮ, ਤੁਸੀਂ ਕਿਵੇਂ ਇਸ ਸਾਰੇ ਅੰਦੋਲਨ ਨੂੰ ਦੇਖਦੇ ਹੋ? ਤੁਹਾਡਾ ਕੀ ਨਜ਼ਰੀਆ? ਤੁਸੀਂ ਉਰੇ ਦੇਖਿਆ ਹੋਊਗਾ ਕਿ ਜਿਹੜੀ ਪਿਕਚਰ ਦਿਮਾਗ ਦੇ ਵਿੱਚ ਆਉਂਦੀ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜੀ ਪੰਜਾਬ ਦਾ ਵਕਾਰ ਵਾਪਸ ਆਇਆ, ਪੰਜਾਬ ਦਾ ਜਿਹੜਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਸਾਡੇ ਯੂਥ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਹਿਲਾਂ ਇੱਕ ਨਾਰਾ ਸੀ ਜੈ ਜਵਾਨ ਜੈ ਕਿਸਾਨ, ਜੋ ਨਾਰਾ ਹੈ, ਔਰ ਅੱਜ ਕੋਸ਼ਿਸ਼ ਹੈ ਸਰਕਾਰਾਂ ਦੀ ਕਿ ਜਵਾਨਾਂ ਦੀ ਡਿਊਟੀ ਜਿਹੜੀ ਲੱਗੀ ਹੈ, ਆਈ ਥਿੰਕ ਉਹ ਬੜੇ ਮਜਬੂਰ ਹੋ ਕੇ ਡਿਊਟੀ ਦੇ ਰਹੇ। ਕਿਸੇ ਦਾ ਵੀ ਇਹ ਨਾਰਾ ਖਰਾਬ ਨਹੀਂ ਹੋ ਸਕਦਾ। ਜਵਾਨ ਸਾਡੇ ਨਾਲ ਹੈ, ਕਿਸਾਨ ਔਰ ਜਵਾਨਾਂ ਨੂੰ ਕਦੀ ਅਲੱਗ-ਅਲੱਗ ਨਹੀਂ ਕੀਤਾ ਜਾ ਸਕਦਾ। ਹੁਣ ਮੈਨੂੰ ਲੱਗਦਾ ਹੈ ਇੱਕ ਚੀਜ਼ ਹੋਰ ਸ਼ਾਮਲ ਹੋ ਗਈ ਹੈ, ਜੈ ਜਵਾਨ ਜੈ ਕਿਸਾਨ ਨਾਲ ਜੈ ਨੌਜਵਾਨ। ਸਾਡੇ ਨੌਜਵਾਨਾਂ ਦਾ ਬਹੁਤ-ਬਹੁਤ ਥੈਂਕ ਯੂ, ਸਾਡੇ ਸਿੰਗਰਸ ਦਾ, ਸਾਡੇ ਆਰਟਿਸਟਾਂ ਦਾ, ਸਾਡੇ ਬਜ਼ੁਰਗਾਂ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਇੱਕ ਪਲੇਟਫਾਰਮ ਦਿੱਤਾ, ਇੱਕ ਅਸੀਂ ਏਕਤਾ ਸ਼ੋਅ ਕਰ ਪਾਏ ਪੰਜਾਬ ਔਰ ਉਹ ਸਾਰੀਆਂ ਸਟੇਟਸ ਦੇ ਕਿਸਾਨਾਂ ਦਾ ਧੰਨਵਾਦ ਜਿਹੜੇ ਬਾਹਰੋਂ ਆਏ ਆ, ਜਿਨ੍ਹਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ। ਪਤਾ ਨਹੀਂ ਕਿਸ ਤਰੀਕੇ, ਕਿੰਨੀਆਂ ਮੁਸ਼ਕਲਾਂ ਨਾਲੋਂ ਲੰਘ ਕੇ, ਲੁੱਕ ਛੁਪ ਕੇ ਗੁਜਰਾਤ ਦੇ ਕਿਸਾਨ, ਮਹਾਰਾਸ਼ਟਰ ਦੇ, ਯੂਪੀ ਦੇ, ਰਾਜਸਥਾਨ ਦੇ ਸਾਰੇ ਅੱਜ ਇੱਕ ਮੰਚ ਤੇ ਇਕੱਠੇ ਹੋਏ ਆ। ਸਰਕਾਰਾਂ ਬੇਸ਼ੱਕ ਲੜਾਉਣ ਦੀ ਕੋਸ਼ਿਸ਼ ਕਰ ਲੈਣ, ਲੇਕਿਨ ਇਹ ਨੈਸ਼ਨਲ ਇੰਟੈਗ੍ਰੇਸ਼ਨ ਦੀ ਮਿਸਾਲ ਹੈ। ਇਹ ਅੰਦੋਲਨ ਨਹੀਂ ਹੈ, ਇਹ ਆਪਣੇ ਹੱਕਾਂ ਦੀ ਮੰਗ ਹੈ। ਆਈ ਥਿੰਕ ਆਪਣੇ ਹੱਕ ਲਈ ਹਰ ਬੱਚੇ ਨੂੰ ਵੀ ਭੁੱਖ ਲੱਗੀ ਹੁੰਦੀ ਤੇ ਬੱਚਾ ਰੋਂਦਾ ਹੈ ਤੇ ਮਾਂ ਉਹਨੂੰ ਖਾਣ ਨੂੰ ਦਿੰਦੀ ਹੈ। ਹੁਣ ਜੇ ਸਾਡਾ ਰਾਜਾ ਸਾਡੀ ਮੰਗ ਨਹੀਂ ਮੰਨੇਗਾ ਤੇ ਜਨਤਾ ਤੇ ਚਿল্ਲਾਏਗੀ ਨਾ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ, ਤੇ ਰਾਜੇ ਨੂੰ ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਨਾਲ ਬੇਟੀ ਵੀ ਨੇ, ਉਹਨਾਂ ਤੋਂ ਵੀ ਇੱਕ ਛੋਟਾ ਜਿਹਾ ਸਵਾਲ ਲੈਂਦੇ ਆ ਕਿ ਤੁਹਾਨੂੰ ਕਿਹੜੀ ਉਰੇ ਜਿਹੜੀ ਖਿੱਚ ਕੇ ਲੈ ਕੇ ਆਈ ਹੈ ਤੇ ਇਸ ਸਾਰੇ ਅੰਦੋਲਨ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ? ਮੈਂ ਬਸ ਇਹ ਕਹਿਣਾ ਚਾਹੁੰਦੀ ਕਿ ਬੇਸਿਕ ਆਪਾਂ ਸਾਰੇ ਮਿਲ ਜੁਲ ਕੇ, ਜਿੱਦਾਂ ਪਹਿਲੇ ਆਪਾਂ ਦੇਖਦੇ ਸਿਰਫ ਪੰਜਾਬੀ ਇਕੱਠੇ ਹੋਏ ਸੀ, ਹੁਣ ਤੁਸੀਂ ਦੇਖੋਗੇ ਸਾਰੇ ਮੁਸਲਮਾਨ, ਹਿੰਦੂ ਸਾਰੇ ਆਪਾਂ ਇਕੱਠੇ ਐਜ਼ ਯੂਨਾਈਟਿਡ, ਜਿੱਦਾਂ ਯੂਨਾਈਟਿਡ ਸਿੱਖ ਦਾ ਨਾਮ ਹੈ, ਇੱਦਾਂ ਯੂਨਾਈਟਿਡ ਆਪਾਂ ਹੋ ਕੇ ਸਾਰੇ ਲੜ ਰਹੇ ਹਾਂ ਇਸ ਪ੍ਰੋਟੈਸਟ 'ਚ। ਸੋ ਆਈ ਥਿੰਕ ਦੈਟਸ ਦ ਮੋਸਟ ਆਈ ਫੀਲ ਪ੍ਰਾਊਡ ਕਿ ਆਪਾਂ ਸਾਰੇ ਵੀ ਟੂਗੇਦਰ ਇਨ ਦਿਸ ਐਜ਼ ਵਨ। ਦੈਟਸ ਇਟ। ਸੋ ਇਹਨਾਂ ਦੇ ਬੇਟੇ ਵੀ ਨੇ ਘੁੱਗੀ ਸਾਹਿਬ ਦੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਕੀ ਹਾਲ ਨੇ ਜੀ? ਵਧੀਆ ਭਾਜੀ, ਬਹੁਤ ਵਧੀਆ। ਤੁਸੀਂ ਸੁਣਾਓ? ਸੇਮ ਸਵਾਲ ਤੁਹਾਡੇ ਤੋਂ, ਤੁਹਾਡਾ ਕੀ ਨਜ਼ਰ? ਇਸ ਅੰਦੋਲਨ 'ਚ ਭਾਈ 3 ਬਾਰਡਰ ਨੇ। ਆਪਾਂ ਪਹਿਲਾਂ ਸਿੰਘੂ ਬਾਰਡਰ ਤੇ ਰੁਕੇ ਹੋਏ ਸੀ, ਫਿਰ ਆਪਾਂ ਅੱਜ ਗਾਜ਼ੀਆਬਾਦ ਬਾਰਡਰ ਤੇ ਹੈਗੇ ਆ। ਤੇ ਇੱਕ ਚੀਜ਼ ਹੀ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੀ ਵੀ ਸਮਰਥਨ ਜਿਹੜਾ ਹੈ, ਇਕਜੁੱਟਤਾ ਜਿਹੜੀ ਆ, ਉਹ ਮਤਲਬ ਬਹੁਤ ਹੀ ਉਤਲੇ ਲੈਵਲ ਦੀ ਆ। ਇੱਦਾਂ ਮਤਲਬ ਅੰਦੋਲਨ ਹੁੰਦੇ ਆ, ਲੋਕਾਂ ਦੇਖੇ ਆਪਾਂ ਹੈ ਨਾ ਕਿੱਦਾਂ ਹੁੰਦੇ ਆ, ਗੰਦੇ ਹੁੰਦੇ ਅੰਦੋਲਨ। ਇੱਥੇ ਸਮਰਥਨ ਤੇ ਸਮਝਦਾਰੀ ਨਾਲ ਜਿਹੜੇ ਕੰਮ ਹੋ ਰਹੇ ਆ, ਮਤਲਬ ਬਹੁਤ ਹੀ ਖੁਸ਼ੀ ਹੁੰਦੀ ਹੈ। ਨਾਲ ਖੂਨ ਵੀ ਹੁੰਦਾ ਵੀ ਬੰਦਾ ਹੋਰ ਅੱਗੇ ਆਈਏ, ਆਪਾਂ ਸਾਡੇ ਵਰਗੇ ਲੋਕ ਹੋਰ ਕਿਉਂ ਨਹੀਂ ਆ ਰਹੇ, ਘਰ ਕਿਉਂ ਬੈਠੇ ਨੇ। ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਅੰਦਰੋਂ ਸਪੋਰਟ ਕਰ ਸਕਦੇ ਹੋ, ਇੱਥੇ ਕਿਉਂ ਨਹੀਂ ਆ ਸਕਦੇ। ਸਭ ਨੂੰ ਇੱਥੇ ਆ ਕੇ ਆਪਣੇ ਨਾਲ ਆਪਣੇ ਹੱਕ ਸੱਚ ਦੀ ਲੜਾਈ ਲੜਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ। कहना चाहूँगी, मेरी जनता ਨੂੰ अपील है, मेरी दिली ख्वाहिश है, मैं मेरी आवाज़ अगर हर घर तक पहुँच सके तो प्लीज़, अगर ਤੁਸੀਂ किसान ਦੇ ਨਾਲ ਹੋ, ਰੋਟੀ ਖਾਂਦੇ ਹੋ, ਉਸ ਕਿਸਾਨ ਦੀ ਪੈਦਾ ਕੀਤੀ ਹੋਈ, ਅਗਰ ਉਹਨੂੰ ਪਿਆਰ ਕਰਦੇ ਹੋ ਤੇ ਆਪਣੇ ਘਰ ਦੇ ਬਾਹਰ ਆਪਣਾ ਪਿਆਰ ਸ਼ੋਅ ਕਰੋ ਕਿਸਾਨ ਪ੍ਰਤੀ। ਆਪਣਾ ਝੰਡਾ ਆਪਣੀ ਗੱਡੀ ਤੇ ਲਗਾਓ, ਆਪਣੀ ਡੀਪੀ ਤੇ ਕਿਸਾਨ ਦੀ ਡੀਪੀ ਲਗਾਓ, ਜਾਂ ਆਪਣੀਆਂ ਗੱਡੀਆਂ ਤੇ ਝੰਡੇ ਲਾਓ, ਤਾਂ ਕਿ ਜਨਤਾ ਨੂੰ ਪਤਾ ਲੱਗੇ ਕਿ ਤੁਸੀਂ ਨਾਲ ਹੋ। ਘਰ ਬੈਠੇ ਅਸੀਂ ਨਾਲ ਹਾਂ, ਲੇਕਿਨ ਮਹਿਸੂਸ ਕਿੱਦਾਂ ਕਰੇ ਸਾਡੇ ਕਿਸਾਨਾਂ ਨੂੰ, ਸਾਡੇ ਤੇ ਮਾਣ ਹੋਣਾ
ਚਾਹੀਦਾ ਹੈ ਕਿ ਸਾਡੇ ਮਗਰ ਸਾਨੂੰ ਪਿਆਰ ਕਰਨ ਵਾਲੀ ਇੰਨੀ ਜਨਤਾ ਆਪਣਾ ਪਿਆਰ ਦਿਖਾਓ। ਸੋ ਮੁੜ ਘੁੱਗੀ ਸਾਹਿਬ ਕੋਲੇ ਸਵਾਲ ਲੈਂਦੇ ਆ ਸਰ, ਤੁਸੀਂ ਪਿਛਲੇ ਲੰਮੇ ਸਮੇਂ ਤੋਂ ਥੀਏਟਰ ਦੇ ਨਾਲ ਸਿਨੇਮੇ ਦੇ ਨਾਲ ਜੁੜੇ ਹੋ। ਜੇ ਮੈਂ ਬਾਲੀਵੁੱਡ ਸਿਨੇਮੇ ਦੀ ਗੱਲ ਕਰਾਂ, ਉੜਤਾ ਪੰਜਾਬ ਵਰਗੇ ਟੈਗ ਜਿਹੜੇ ਪੰਜਾਬ ਦੇ ਸਿਰ ਮੜੇ ਗਏ ਨੇ ਜਾਂ ਹੋਰ ਪੰਜਾਬ ਦੇ ਨੌਜਵਾਨੀ ਨੂੰ ਅੱਜ ਤੱਕ ਸਵਾਲ ਉੱਠੇ ਨੇ, ਤੇ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਪੰਜਾਬ ਦੇ ਸੱਭਿਆਚਾਰ ਦੀ, ਤਾਂ ਪੰਜਾਬ ਦਾ ਸੱਭਿਆਚਾਰ ਵੀ ਇਸ ਅੰਦੋਲਨ ਨੂੰ ਲੈ ਕੇ ਜਾਗਿਆ ਹੈ। ਸੋਚ ਨੂੰ ਲੋਕਾਂ ਦੇ ਆਵਾਮ ਨੂੰ, ਯੂਥ ਦੀ ਸੋਚ ਨੂੰ ਵੀ ਜਾਗ ਲੱਗੀ ਹੈ ਤੇ ਇੱਕ ਚੰਗਾ ਮੈਸੇਜ ਆ ਰਿਹਾ ਹੈ। ਬਿਲਕੁਲ ਜੀ, ਦੇਖੋ ਉੜਤਾ ਪੰਜਾਬ ਜ਼ਰੂਰ ਮੈਂ ਸਮਝਦਾ ਕਿ ਉਸ ਵੇਲੇ ਦੀਆਂ ਪ੍ਰਸਥਿਤੀਆਂ ਜੋ ਦਿਖਾਈ ਦੇ ਰਹੀਆਂ ਸੀ ਉਹਦੇ ਤੇ ਬਣਿਆ ਹੋਏਗਾ, ਪਰ ਉਹ ਅੱਜ ਕਿੱਡਾ ਵੱਡਾ ਇੱਕ ਝੂਠ ਸਾਬਤ ਹੋਇਆ ਉਹ, ਜਦੋਂ ਹੁਣ ਲੋਕਾਂ ਨੇ ਚੜ੍ਹਦਾ ਪੰਜਾਬ ਵੀ ਦੇਖ ਲਿਆ, उड़ता पंजाब तो देख लिया था, अब उठता पंजाब भी देख लिया लोगों ने, क्योंकि ये सिचुएशन ही पहली बार आई है यूथ को सामने आके अपनी हकीकत रखने की, क्योंकि उसी यूथ की बात हो रही थी जो भटक गया था, जो यूथ अभी भी अपने कायदे पे खड़ा था, जो अपनी ज़मीर पे अड़ा था, वो सामने नहीं आ रहा था। वो शांति से अपना पढ़ रहा था, काम कर रहा था, जो काम में बिजी, जो पंजाबी च मैं गल कर जिथे जिथे बिजी सी उत्थे बिजी सी। पर जदों अज अणख ते गल आई है ना, तो अज फिर यूथ घरों बाहर निकलिया, मावां ने पुत्त तोड़ के भेजे ने। अज मैनू बाबू रजब अली दियां लाइनां याद आ गईयां कि माँ दिओ मक्खणी खाणे होवे, सूरम्यो पुत्रो चबारियों उतरो, फर्क दे डौले ढा दिओ, कौले जवानी चढ़ गई। सो जवानी किसी काम नूं चढ़ी हुंदी है, जवानी सिर्फ ये थोड़ा भी इधर उधर घूम लिया तो तुसीं सैर सपाटा कर लिया तो जवानी पूरी हो गई तुहाडी, नहीं। अज जिहड़ी पंजाब दी जवानी है वो अपने बजुर्गों के अगे आके खड़ी हुई है कि बापू जी तुसीं सानू दसी जाओ, करना की करांगे असीं। लगता है क्रांति आऊगी इस अंदोलन तो बाद, जिथे भगत सिंह होरां ने पन्ना मोड़िया सी उत्थों बाद मुड़ जिहड़ी ओह शुरू हो चुकी। मैं उस दिन तुहाडे चैनल ते दस्सिया सी कि भगत सिंह हुणी किताब दा पन्ना इस करके मुड़ के गए सी, उन्होंने पता सी मैं नहीं दोबारा मुड़ के आउणा। उस जदों कोठड़ी चों बाहर निकलिया वो सिर्फ जाण दा रस्ता ही सी, वापसी दा रस्ता नहीं सी, क्योंकि पता सी मैं टंगिया जाना इस तो बाद फांसी दे फंदे ते। पर उन्होंने पता सी पन्ना मोड़न दा मगर लॉजिक की सीगा भी इत्थों अगों मेरे भगत सिंह जिहड़े ने वो पढ़नगे, अगों मेरे बच्चे, मेरे नौजवान दोस्त वीर वो पढ़नगे। और वो यूथ ने पढ़िया और वो यूथ पढ़ के अपने अंदर समा के बैठा होया सी कि लोड़ पैन ते बाहर कड्डांगे। और मैं यूथ नूं एप्रीशिएट करदा कि असीं 3 महीने हो गए संघर्ष चलदे नूं, कोई हुल्लड़बाजी नहीं, हुड़दंग नहीं है। यही तो भगत सिंह दा स्नेहा सी कि सिर्फ कन्न खोलो, आवाज़ पहुँचाओ। उन भगत सिंह की आइडियोलॉजी सी कि तुसी कलम की मार मारो। भगत सिंह 23 साल 7 महीने की उम्र च शहीद हो गए, पर उन्होंने अखबारां भी कड्ढियां, किताबां भी लिखियां। उन्हां वर्गी अंग्रेजी ते उन्हां वर्गी हैंड राइटिंग जे अज भी किसी बच्चे की होवे ते मैनूं दस दिओ तुसीं। उन्हें सानू संघर्ष का रस्ता दस्सिया कलम दे नाल, कलम दे विचों हो के। कहंदा कोई भी कामयाबी है कलम दे विचों हो के गुजरदी है, क्योंकि साडे महाराज ने भी यही संदेश दिता सी कि सब तो पहलां वो हर हीला वरतो जिहदे नाल तुहाडा जिहड़े तुसीं अपने हक तक पहुँच सको। ये शमशीर तो बहुत बाद की गल है, सब तो अखीर ते उठाउणी पैंदी है। अज यूथ जिहड़ा साडा उसे निमरता दे नाल, उसे ठरम्मे दे नाल, अकीदत दे नाल इस संघर्ष दे विच अपनी लड़ाई लड़ रहा। और अज संसार दे विच मिसाल बन रहा कि किवें अदब दे नाल भी संघर्ष लड़े जांदे ने। ਇਹਦੇ ਨਾਲ ਜੁੜਦਾ ਇੱਕ ਹੋਰ ਕੁਐਸਚਨ ਕੀ ਲੱਗਦਾ ਹੈ ਕਿ ਆਉਣ ਵਾਲੀ ਜਿਹੜੀ ਸਾਡੀ ਨੌਜਵਾਨੀ ਆ, ਸਾਡੇ ਵਰਗੇ ਲੋਕ ਨੇ, ਸਾਡੀ ਪੀੜ੍ਹੀ ਹੈ, ਉਹਨਾਂ ਦਾ ਆਉਣ ਵਾਲਾ ਜਿਹੜਾ ਕਿਸਾਨੀ ਦੇ ਖੇਤਰ ਦੇ ਵਿੱਚ ਭਵਿੱਖ ਕੀ ਹੋਊਗਾ? मैं कहना जी बहुत ब्राइट होएगा, क्योंकि किसानी एक मैगनेट बन गई हुण। ਜਿਹੜੇ ਬੱਚੇ ਕਿਸਾਨੀ ਤੋਂ ਮੁੜਦੇ ਜਾ ਰਹੇ ਸੀ, ਅੱਜ ਉਹਨਾਂ ਨੂੰ ਆਪਣੀ ਕਿਸਾਨੀ ਤੇ ਆਪਣੇ ਹਲਾਂ ਤੇ ਫਾਲਿਆਂ ਤੇ ਟਰੈਕਟਰਾਂ ਤੇ ਅੱਜ ਸੁਹਾਗਿਆਂ ਤੇ ਅੱਜ ਫੇਰ ਬੰਬੀਆਂ ਮੋਟਰਾਂ ਤੇ ਮਾਣ ਹੋਣ ਲੱਗ ਪਿਆ। ਉਹਨਾਂ ਨੂੰ ਆਪਣੀ ਉਪਜ ਦੇ ਗੱਲ ਪਤਾ ਲੱਗੀ ਹੈ, ਉਹਨਾਂ ਨੂੰ ਸਗੋਂ ਬਿਜ਼ਨਸ ਦੇ ਟ੍ਰੇਡਸ ਸਮਝ ਆਉਣ ਲੱਗ ਪਏ ਨੇ। ਉਹਨਾਂ ਦੇ ਅੰਦਰ ਲੱਛਣ ਪੈਦਾ ਹੋ ਰਹੇ ਨੇ ਕਿ ਅੱਛਾ ਵੀ ਖੇਤੀਬਾੜੀ ਨੂੰ ਅਸੀਂ ਕਿਵੇਂ ਮਾਰਕੀਟ ਕਰਨਾ, ਕਿਵੇਂ ਅੱਗੇ ਤੱਕ ਲੈ ਜਾਣਾ, ਕਿੱਥੇ ਸਾਡੇ ਨਾਲ ਧੱਕਾ ਹੋ ਰਿਹਾ, ਕਿੱਥੇ ਸਾਡੇ ਹੱਕ ਦੀ ਗੱਲ ਹੈ। ਉਹ ਸਾਰੀ ਗੱਲ ਉਹਨੂੰ ਸਮਝ ਆ ਰਹੀ, ਵਰਨਾ ਉਹਨਾਂ ਨੇ ਬਜ਼ੁਰਗਾਂ ਕੋਲ ਬਹਿ ਕੇ ਸ਼ਾਇਦ ਸਮਝਣੀ ਨਹੀਂ ਸੀ ਗੱਲ। ਅੱਜ ਸਮਝ ਆ ਰਹੀ ਉਹਨਾਂ ਨੂੰ। ਬੱਚੇ ਡੈਫੀਨੇਟਲੀ ਕਿਸਾਨੀ ਨਾਲ ਜੁੜਨਗੇ ਔਰ ਵਧੀਆ ਤਰੀਕੇ ਨਾਲ ਜਿਹੜੀ ਹੈ ਕਿਸਾਨੀ ਪੰਜਾਬ ਦੀ ਹੁਣ ਅੱਗੇ ਵਧੇਗੀ। ਸੋ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਕਿਸਾਨ ਵਜੋਂ ਤਾਂ ਇੱਥੇ ਪਹੁੰਚੇ ਹੀ ਨੇ, ਨਾਲ ਦੀ ਨਾਲ ਯੂਨਾਈਟਿਡ ਸਿੱਖ ਦੇ ਜਿਹੜੇ ਇੱਕ ਸੇਵਾਦਾਰ ਦੇ ਵਜੋਂ ਵੀ ਇੱਥੇ ਪਹੁੰਚੇ ਨੇ, ਉਹਦੇ ਬਾਰੇ ਵੀ ਥੋੜ੍ਹਾ ਦੱਸ। ਬਿਲਕੁਲ ਜੀ, ਮੈਂ ਜੁੜਿਆ ਹੋਇਆ ਜਿੱਥੇ ਵੀ। ਜਦੋਂ ਕੋਵਿਡ ਦੇ ਵਿੱਚ ਵੀ ਮੈਂ ਕਈ ਥਾਵਾਂ ਤੇ ਆਪ ਗਿਆ ਜੀ, ਜਿੱਥੇ ਜਾ ਕੇ ਜਦੋਂ ਹੜ੍ਹ ਆਏ ਸੀ ਪਿੱਛੇ ਜੇ, ਉਦੋਂ ਜਿੱਥੇ ਹੜ੍ਹ ਮਾਰੇ ਏਰੀਏ ਦੇ ਵਿੱਚ ਜਾ ਕੇ ਅਸੀਂ ਖਾਦਾਂ ਵੀ ਵੰਡੀਆਂ, ਮੈਂ ਆਪ ਨਾਲ ਜਾ ਕੇ ਵੰਡੀਆਂ ਜੀ, ਬੀਜ ਵੀ ਵੰਡੇ ਸੀ। ਜੋ ਜਿੱਥੇ ਜਿੱਥੇ ਲੋੜ ਪਈ, ਜਿੱਥੇ ਹੜ੍ਹ ਦੀ ਮਾਰ ਬਹੁਤ ਬੁਰੀ ਸੀ, ਉੱਥੇ ਜਾ ਕੇ ਅਸੀਂ ਮੈਡੀਕਲ ਕੈਂਪ ਦੇ ਵਿੱਚ ਵੀ ਮੈਂ ਸ਼ਮੂਲੀਅਤ ਕੀਤੀ। ਇੱਦਾਂ ਹੀ ਕੋਵਿਡ ਦੇ ਵਿੱਚ ਕਈ ਥਾਵਾਂ 'ਤੇ ਲੋਕਾਂ ਤੱਕ ਰਾਸ਼ਨ ਪਹੁੰਚਾਉਣਾ, ਲੋਕਾਂ ਤੱਕ ਮੈਡੀਕਲ ਸਹੂਲਤਾਂ ਪਹੁੰਚਾਉਣੀਆਂ, ਉਹ ਵੀ ਕੰਮ ਕਰਦੇ ਰਹੇ ਹਾਂ ਜੀ। ਅੱਜ ਕਿੱਥੇ ਕਿਸਾਨੀ ਨੂੰ ਲੋੜ ਹੈ, ਐਜ਼ ਯੂਨਾਈਟਿਡ ਸਿੱਖ ਦੇ ਸੇਵਾਦਾਰ ਵਜੋਂ ਵੀ ਮੈਂ ਕੰਮ ਕਰ ਰਿਹਾ ਜੀ। ਸੋ ਅਸੀਂ ਤਾਂ ਹਮੇਸ਼ਾ ਹੀ ਜਿੱਥੇ ਕਿਤੇ
ਜ਼ਰੂਰਤ ਪਏਗੀ ਮਾਨਵਤਾ ਨੂੰ, ਯੂਨਾਈਟਿਡ ਸਿੱਖ ਦੇ ਸੇਵਾਦਾਰ ਵਜੋਂ ਤਾਂ ਮੈਂ ਉੱਥੇ ਪਹੁੰਚਾਂਗਾ ਹੀ, ਪਰ ਇੱਥੇ ਕਿਸਾਨੀ ਸਾਡਾ ਆਪਣਾ ਘਰ ਦਾ ਮੁੱਦਾ ਵੀ ਹੈ, ਅੰਦਰੂਨੀ ਮੁੱਦਾ ਵੀ ਹੈ। ਸੋ ਮੇਰਾ ਜੁੜਾਵ ਇੱਥੇ ਡਬਲ ਹੈ। ਔਰ ਤੀਜੇ ਤਰੀਕੇ ਨਾਲ ਵੀ ਸਮਝ ਲਓ, ਆ ਦੇਖੋ ਸਾਡੇ ਭੂਤਪੂਰਵ ਕਿਸਾਨ ਜਿਹੜੇ ਸਾਡੇ ਜਵਾਨ ਨੇ, ਸਾਡੇ ਫੌਜੀ, ਜਿਨ੍ਹਾਂ ਦੇ ਉੱਤੇ ਦੇਸ਼ ਨੂੰ ਹਮੇਸ਼ਾ ਮਾਣ ਹੁੰਦਾ ਹੈ, ਅੱਜ ਉਹ ਵੀ ਇਸ ਸੰਘਰਸ਼ ਦਾ ਹਿੱਸਾ ਬਣੇ ਨੇ। ਔਰ ਮੈਨੂੰ ਵੀ ਮਾਣ ਹੈ ਕਿ ਮੈਂ ਵੀ ਇੱਕ ਐਕਸ ਆਰਮੀ ਪਰਸਨ ਦਾ ਬੇਟਾ ਵਾਂ। ਮੇਰੇ ਫਾਦਰ ਸਾਹਿਬ ਨੇ ਵੀ 3 ਲੜਾਈਆਂ ਲੜੀਆਂ ਇਸ ਦੇਸ਼ ਵਾਸਤੇ, 62, 65 ਤੇ 71 ਦੀਆਂ। ਤੇ ਮੈਨੂੰ ਅੱਜ ਇਹ ਵੀ ਖੁਸ਼ੀ ਹੈ ਕਿ ਅੱਜ ਜਵਾਨ, ਕਿਸਾਨ ਤੇ ਮਜ਼ਦੂਰ ਸਾਰੇ ਇੱਕ ਮੰਚ ਤੇ ਇਕੱਠੇ ਨੇ ਜੀ। ਆਖਰੀ ਗੱਲ, ਮੋਦੀ ਸਰਕਾਰ ਤੇ ਕਿਸਾਨਾਂ ਨੂੰ ਕੀ ਅਪੀਲ ਕਰੋ? ਮੈਂ ਇਹੀ ਬੇਨਤੀ ਕਰਾਂਗਾ ਜੀ, ਸਭ ਤੋਂ ਪਹਿਲੀ ਤਾਂ ਮੋਦੀ ਸਰਕਾਰ ਨੂੰ ਹੀ ਕਰਨੀ ਬਣਦੀ, ਕਿਉਂਕਿ ਮੋਦੀ ਸਰਕਾਰ ਨੇ बिना सलाह मशवरा किए, वो तो कहेंगे हमने बहुत मशवरे किए, बहुत मीटिंग्स की, बहुत बैठकें की, लेकिन किन के साथ की ये नहीं पता है ना। तो उनके साथ आपने कहाँ बैठ के क्या मीटिंग कर ली, उसका हमें कोई फ़ायदा नहीं है। किसान से नहीं पूछा गया, किसान जथेबंदियों से नहीं पूछा गया, पॉलिटिकल लोग, ये कहा जा सकता है कि हमने तो पंजाब से भी सरकार के नुमाइंदे बुलाए थे, हमने तो हरियाणा से भी सरकारी, वो तो सरकारी नुमाइंदे हैं, उनको किसान से क्या लेना देना। ये कानून किसान के लिए बन रहा है, पॉलिटिकल लोग बैठ के फैसला कैसे कर सकते हैं, चाहे वो हर स्टेट से ही आए हों, उसकी कोई अहमियत नहीं है। मैं ये बेनती करूँगा सरकार को कि किसान यकीन रखिए, भगवान की कसम, खुदा की कसम, रब की कसम, वाहिगुरू दी सौं, किसान हक सच की लड़ाई लड़ रहा है। हथ जोड़ के बेनती है मोदी साहब, इज्जत रखो किसान दी। किसान इस देश का भगवान है, अन्नदाता है, वो एवें नहीं 0 डिग्री ਤੇ ਸੜਕਾਂ ਦੇ ਉੱਤੇ ਬੈਠਾ ਹੋਇਆ। ਮੇਰੀ ਰਿਕੁਐਸਟ ਹੈ ਕਿ ਕਿਸਾਨ ਨੂੰ ਇੱਜ਼ਤ ਤੇ ਇਹਤਰਾਮ ਦੇ ਨਾਲ ਉਹਦੀ ਗੱਲ ਮੰਨ ਕੇ ਇਹ ਕਾਨੂੰਨ ਜਿਹੜੇ ਨੇ ਰੱਦ ਕਰਕੇ ਉਹਨਾਂ ਨੂੰ ਘਰ ਭੇਜੋ। ਤੁਹਾਡਾ ਕੱਦ ਇਹਦੇ 'ਚ ਵੱਡਾ ਹੋਏਗਾ, ਤੁਹਾਨੂੰ ਕੋਈ ਛੋਟਾ नहीं गिनेगा, ਤੁਹਾਨੂੰ ਕੋਈ ਮਾੜਾ नहीं कहेगा, आपको कोई ये नहीं कहेगा कि देखा मोदी साहब को मानना पड़ गया। नहीं, आपकी फराख दिली नज़र आएगी कि आप हुकूमत में होते हुए भी जब सख्ती भी अपना सकते थे, लेकिन आपने किसान को इज्जत दी है, इसका आपको फ़ायदा होगा। ये मेरी बात आप नोट कर लीजिए। ਸਾਹਿਬ ਮੈਂ ਸ਼ੁਰੂਆਤ 'ਚ ਕਿਹਾ ਸੀ ਕਿ ਹਰ ਇੱਕ ਪਹਿਲੂ ਦੇ ਨਾਲ ਗੱਲ ਕਰਾਂਗੇ, ਪਰ ਹੁਣ ਸਾਨੂੰ ਕਮੈਂਟ ਦੇ ਵਿੱਚ ਸ਼ਿਕਾਇਤਾਂ ਆਉਣਗੀਆਂ ਕਿ ਘੁੱਗੀ ਸਾਹਿਬ ਨੇ ਘੁੱਗੀ ਵਾਲੇ ਅੰਦਾਜ਼ ਦੇ ਵਿੱਚ ਕੁਝ ਸੰਬੋਧਨ ਨਹੀਂ ਕੀਤਾ। नहीं सर, वो मैं स्टेज ਤੇ 2-4 ਗੱਲਾਂ ਸੁਣਾਈਆਂ, लेकिन कॉमेडी ਦਾ ਤੁਹਾਨੂੰ ਟਾਈਮ ਹੀ ਨਹੀਂ ਹੈ ਨਾ ਸਰ। ਅੰਦਰ ਸੀਰੀਅਸਨੈਸ ਇੰਨੀ ਹੈ, ਜ਼ਬਰਦਸਤੀ ਕਾਮੇਡੀ ਮੇਰੇ ਕੋਲੋਂ ਇਸ ਵੇਲੇ ਹੋਣੀ ਨਹੀਂ। ਮੇਰੀ ਗੱਲ ਨੂੰ ਬਸ ਸੀਰੀਅਸਲੀ ਲਓ ਕਿ ਆਪਾਂ ਇਸ ਸੰਘਰਸ਼ ਦੇ ਵਿੱਚ ਸਾਰਿਆਂ ਨੇ ਇਕੱਠੇ ਰਹਿਣਾ, ਔਰ ਕਿਸਾਨ ਜਦ ਤੱਕ ਖੁਸ਼ੀ ਘਰ ਨਹੀਂ ਜਾਂਦਾ, ਅਸੀਂ ਆਪਣੇ ਘਰਾਂ 'ਚ ਖੁਸ਼ੀ ਨਹੀਂ ਬੈਠ ਸਕਦੇ। ਹਾਲਾਂਕਿ ਮੌਕਾ ਸੀਗਾ, ਹੁਣ 31 ਦਸੰਬਰ ਦੀ ਰਾਤ ਹੈ, ਔਰ 4 ਘੰਟਿਆਂ ਬਾਅਦ ਨਵਾਂ ਸਾਲ ਚੜ੍ਹ ਜਾਣਾ ਹੈ। ਮੈਂ ਚਾਹੁੰਦਾ ਤੇ ਮੁਬਾਰਕ ਵੀ ਦੇ ਸਕਦਾ ਤੁਹਾਨੂੰ ਵੀ 2021 ਚੜ੍ਹਨ ਵਾਲਾ, ਪਰ ਨਹੀਂ, ਮੁਬਾਰਕ ਦੇਣ ਨੂੰ ਮੇਰੇ ਕੋਲ ਸ਼ਬਦ ਨਹੀਂ ਹੈ, ਕਿਉਂਕਿ ਕੋਵਿਡ ਨੇ ਪਹਿਲੋਂ ਲੱਕ ਤੋੜਿਆ ਸਾਡਾ, ਉਸ ਤੋਂ ਬਾਅਦ ਤਾਂ ਅਦਮੋਏ ਕਰਤਾ ਹੁਣ ਕਿਸਾਨੀ ਜਬਰ ਜੋ ਕਿਸਾਨ ਦੇ ਉੱਤੇ ਹੋਇਆ। ਜਦ ਤੱਕ ਕਿਸਾਨ ਖੁਸ਼ ਨਹੀਂ ਹੈ, ਉਦੋਂ ਤੱਕ ਕੋਈ ਮੁਬਾਰਕਬਾਦ ਨਹੀਂ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘੁੱਗੀ ਸਾਹਿਬ ਵੱਲੋਂ ਹਰ ਇੱਕ ਪਹਿਲੂ ਤੇ ਆਪਣਾ ਵਿਸਥਾਰਪੂਰਵਕ ਵਿਚਾਰ ਰੱਖੇ ਗਏ ਨੇ, ਤੇ ਇਹਨਾਂ ਦਾ ਨਾਲ ਦੀ ਨਾਲ ਇਹ ਵੀ ਕਹਿਣਾ ਹੈ ਕਿ ਜਲਦ ਤੋਂ ਜਲਦ ਜਿਹੜੇ ਬਿੱਲ ਰੱਦ ਹੋਣੇ ਚਾਹੀਦੇ ਨੇ। ਤੇ ਇਸੇ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ। ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਨੇ। ਮੈਂ ਸ਼ਸ਼ਮ ਨਾਗਰਾ, ਧੰਨਵਾਦ।